ਸਾਰਿਆਂ ਦਾ ਮਸੀਹ ਯੀਸ਼ੂ ਦੀ ਪਵਿੱਤਰ ਹਜ਼ੂਰੀ ਵਿੱਚ ਸਵਾਗਤ ਕਰਦੇ ਹਾਂ। ਸਾਰਿਆਂ ਨੂੰ ਜੈ ਮਸੀਹ ਦੀ ਕਹਿੰਦੇ ਹਾਂ ਤੇ ਪਰਮੇਸ਼ਵਰ ਦੇ ਨਾਮ ਨੂੰ ਧੰਨ ਧੰਨ ਪੁਕਾਰਦੇ ਹਾਂ। ਪ੍ਰਾਰਥਨਾ ਕਰਦੇ ਹਾਂ। ਥੈਂਕ ਯੂ ਫਾਦਰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ। ਹੇ ਮੇਰੇ ਪਿਤਾ ਪਰਮੇਸ਼ਵਰ, ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੇ ਨਾਮ ਨੂੰ ਵਡਿਆਉਂਦੇ ਹਾਂ। ਮੇਰੇ ਪਿਤਾ ਪਰਮੇਸ਼ਵਰ, ਆਪਣੀ ਹਜ਼ੂਰੀ 'ਚ ਲੈ ਕੇ ਆਏ ਹੋ, ਆਪਣੀ ਹਜ਼ੂਰੀ 'ਚ ਬਿਠਾਇਆ। ਪਿਤਾ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡੇ ਬਿਨਾਂ ਸਾਡਾ ਕੋਈ ਨਹੀਂ ਹੈ। ਮੇਰੇ ਪਿਤਾ ਪਰਮੇਸ਼ਵਰ, ਦਇਆ ਦੇ ਨਾਲ ਭਰਪੂਰ, ਪਿਆਰ ਦੇ ਨਾਲ ਭਰਪੂਰ, ਤੁਹਾਡਾ ਧੰਨਵਾਦ ਕਰਦੇ ਹਾਂ। ਅੱਜ ਦਾ ਨਇਆ ਦਿਨ ਦਿੱਤਾ, ਆਪਣੇ ਧੰਨਵਾਦੀ ਭੇਟਾ ਤੁਹਾਡੇ ਚਰਨਾਂ 'ਚ ਲੈ ਕੇ ਆਏ ਹਾਂ। ਪਵਿੱਤਰ ਆਤਮਾ ਜੀ ਮਦਦ ਕਰਨਾ ਕਿ ਭੇਟ ਸਾਡੇ ਪਿਤਾ ਪਰਮੇਸ਼ਵਰ ਦੇ ਹਜ਼ੂਰ ਕਬੂਲ ਹੋਏ, ਮਸੀਹ ਯੀਸ਼ੂ ਦੇ ਨਾਮ ਨਾਲ, ਆਮੀਨ। ਪਰਮੇਸ਼ਵਰ ਦੇ ਵਚਨ ਦੱਸਦਾ ਆਪਾਂ ਨੂੰ ਕਿ ਪਰਮੇਸ਼ਵਰ ਦੀ ਹਜ਼ੂਰੀ 'ਚ ਆਪਾਂ ਨੇ ਕਿਵੇਂ ਜਾਣਾ। ਧੰਨਵਾਦ ਕਰਦੇ ਹੋਏ ਉਹਦੇ ਫਾਟਕਾਂ 'ਚੋਂ ਐਂਟਰ ਕਰਨਾ ਔਰ ਸਤੁਤੀ ਗਾਉਂਦੇ ਹੋਏ ਉਹਦੇ ਆਂਗਨਾਂ ਵਿੱਚ ਜਾਣਾ। ਇਸ ਲਈ ਪਰਮੇਸ਼ਵਰ ਨੇ ਸਾਨੂੰ ਚੁਣਿਆ ਕਿ ਅਸੀਂ ਪਰਮੇਸ਼ਵਰ ਦੇ ਆਂਗਨਾਂ ਦੇ ਵਿੱਚ ਵਾਸ ਕਰੀਏ ਔਰ ਉੱਥੇ ਪਰਮੇਸ਼ਵਰ ਸਾਨੂੰ ਆਪਣੇ ਚਿਕਨੇ ਚੁਪੜੇ ਭੋਜਨ ਦੇ ਨਾਲ ਹਮੇਸ਼ਾ ਤ੍ਰਿਪਤ ਕਰਨ। ਪਰਮੇਸ਼ਵਰ ਦਾ ਸ਼ੁਕਰ ਕਰਦੇ ਹਾਂ। ਥੈਂਕ ਯੂ ਫਾਦਰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ। ਹਰ ਪਲ ਪਿਤਾ ਪਰਮੇਸ਼ਵਰ ਇਹੀ ਮੰਗਦੇ ਆ ਕਿ ਸਾਡੇ
ਜ਼ੁਬਾਨਾਂ ਚੋਂ, ਜਿਨ੍ਹਾਂ ਜ਼ੁਬਾਨਾਂ ਦੀ ਤੁਸੀਂ ਕੀਮਤ ਚੁਕਾਈ ਹੈ, ਇੱਥੋਂ ਧੰਨਵਾਦ ਦੀਆਂ ਲਹਿਰਾਂ ਨਿਕਲਦੀਆਂ ਰਹਿਣ, ਕਿਉਂਕਿ ਤੁਸੀਂ ਆਦਰ ਔਰ ਮਹਿਮਾ ਦੇ ਯੋਗ ਪਿਤਾ ਪਰਮੇਸ਼ਵਰ ਹੋ। हे ਮੇਰੇ ਪਿਤਾ ਪਰਮੇਸ਼ਵਰ, ਅੱਜ ਦਾ ਜੋ ਤੁਸੀਂ ਵਚਨ ਭੇਜਿਆ ਸਾਡੀ ਸਭ ਦੀ ਮਦਦ ਕਰਨਾ, ਅਨੁਗ੍ਰਹ ਦੇ ਵਚਨ ਨੂੰ ਗ੍ਰਹਿਣ ਕਰਨ ਦੇ ਲਈ ਸਾਡੇ ਦਿਲਾਂ ਨੂੰ ਤਿਆਰ ਕਰਨਾ, ਤਾਂ ਕਿ ਤੁਹਾਡੇ ਨਾਮ ਦੀ ਮਹਿਮਾ ਹੋਏ। ਪ੍ਰਭੂ ਯੀਸ਼ੂ ਦੇ ਨਾਮ ਨਾਲ ਆਮੀਨ। ਆਮੀਨ। ਪ੍ਰੇਜ਼ ਦੀ ਲਾਰਡ। ਸਾਰਿਆਂ ਨੂੰ ਇੱਕ ਵਾਰੀ ਫੇਰ ਪਰਮੇਸ਼ਵਰ ਦੇ ਇਸ ਪ੍ਰੋਗਰਾਮ ਜੀਸਸ ਇਜ਼ ਲਾਰਡ ਕ੍ਰੀਏਟਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਸੀਂ ਹਰ ਰੋਜ਼ 8 ਵਜੇ ਤੁਹਾਡੇ ਕੋਲ ਪਰਮੇਸ਼ਵਰ ਦੇ ਵਚਨ ਦੀ ਗਹਿਰਾਈਆਂ ਨੂੰ ਤੇ ਪਰਮੇਸ਼ਵਰ ਦੇ ਵਚਨ ਦੀ ਸੱਚਾਈਆਂ ਨੂੰ ਲੈ ਕੇ ਪੇਸ਼ ਹੁੰਦੇ ਹਾਂ। ਸਾਡੀ ਬੜੀ ਇੱਕ ਇੱਛਾ ਹੈਗੀ ਹੈ ਕਿ ਅਸੀਂ ਇੱਥੇ ਕੋਈ ਵੀ ਗੱਲ ਐਸੀ ਨਾ ਕਹੀਏ ਜਿਹੜੇ ਸਾਡੇ ਇਕੱਲੇ ਵਿਚਾਰ ਹੋਣ। ਇਸ ਕਰਕੇ ਜਦੋਂ ਵੀ ਅਸੀਂ ਕੋਈ ਪ੍ਰਚਾਰ ਕਰਨੇ ਆ, ਉਹਨੂੰ ਪਰਮੇਸ਼ਵਰ ਦੇ ਵਚਨ ਦੇ ਨਾਲ ਤੁਹਾਨੂੰ ਜੋੜ ਕੇ ਦਿਖਾਉਂਦੇ ਹੈਗੇ। ਜਿਵੇਂ ਮੈਂ ਬੜੇ ਦਿਨਾਂ ਤੋਂ ਕਹਿ ਰਿਹਾ ਕਿ ਬਹੁਤ ਸਾਰੀ ਚੀਜ਼ਾਂ ਜਿਹੜੀ ਹੈਗੀਆਂ ਨੇ ਉਹ ਸਾਡੇ ਸਾਰੇ 'ਚ ਕਾਮਨ ਹੈਗੀਆਂ ਨੇ। ਅਸੀਂ ਸਾਰੇ ਉਹ ਚੀਜ਼ਾਂ ਕਰਨੇ ਆ। ਤੇ ਮਜ਼ੇ ਦੀ ਗੱਲ ਹੈਗੀ ਹੈ ਕਿ ਪਰਮੇਸ਼ਵਰ ਦੇ ਵਚਨ ਵਿੱਚ ਜਿਹੜੇ ਪਰਮੇਸ਼ਵਰ ਦੇ ਨਬੀ ਸੀਗੇ, ਉਹਨਾਂ ਨੂੰ ਵੀ ਉਹ ਪਰੇਸ਼ਾਨੀ ਸੀਗੀ ਜਿਹੜੀ ਤੁਹਾਨੂੰ ਤੇ ਮੈਨੂੰ ਪਰੇਸ਼ਾਨੀ ਹੈ। ਹੁਣ ਤੁਸੀਂ ਕਹੋਗੇ ਕਿਹੜੀ ਪਰੇਸ਼ਾਨੀ? We want to follow God's plan, but we never follow God's plan. ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਵਰ ਦੀ ਜਿਹੜੀ ਯੋਜਨਾ ਹੈਗੀ ਹੈ, ਜਿਵੇਂ ਪਰਮੇਸ਼ਵਰ ਨੇ ਸਾਨੂੰ ਦੱਸਿਆ ਹੈਗਾ, ਅਸੀਂ ਉਸ ਤਰ੍ਹਾਂ ਚੱਲੀਏ। ਆਪਣੇ ਮਨ ਵਿੱਚ ਰੋਜ਼ ਪੱਕਾ ਵੀ ਕਰਦੇ ਹਾਂ ਕਿ ਮੈਂ ਪਰਮੇਸ਼ਵਰ ਤੋਂ ਪੁੱਛੇ ਬਿਨਾਂ ਕੁਝ ਨਹੀਂ ਕਰਨਾ, ਕਿਉਂਕਿ ਪਰਮੇਸ਼ਵਰ ਦਾ ਵਚਨ ਦੱਸਦਾ ਹੈ ਵੀ ਜਿੰਨੀ ਵਾਰੀ ਵੀ ਲੋਕਾਂ ਨੇ, ਪਰਮੇਸ਼ਵਰ ਦੇ ਨਬੀਆਂ ਨੇ ਜਿਨ੍ਹਾਂ ਬਾਰੇ ਬਾਈਬਲ ਕੇ ਦੱਸਦੀ ਹੈ, ਜਦੋਂ ਵੀ ਉਹ ਪਰਮੇਸ਼ਵਰ ਦੀ ਯੋਜਨਾ ਤੋਂ ਬਾਹਰ ਗਏ, ਉਦੋਂ ਉਹਨਾਂ ਨੇ ਦੁੱਖ ਉਠਾਇਆ। ਤੁਸੀਂ ਕਰਦੇ ਹੋ, ਮੈਂ ਕਰਦਾ ਵਾਂ। ਨਿਯਮ ਵਿੱਚ ਬਹੁਤ ਸਾਰੇ ਆਪਣਾ ਨਬੀਆਂ ਨੇ ਕੀਤਾ, ਪਰ ਪਰਮੇਸ਼ਵਰ ਕਿਉਂਕਿ ਦਇਆ ਦਾ ਸਾਗਰ ਹੈ, ਹੀ ਸਟਿਲ ਕੇਅਰਸ ਫਾਰ ਅਸ। ਉਹ ਫੇਰ ਵੀ ਸਾਡਾ ਧਿਆਨ ਰੱਖਦੇ ਨੇ। ਉਹ ਫੇਰ ਵੀ ਸਾਨੂੰ ਘੁਮਾ ਕੇ ਆਪਣੀ ਯੋਜਨਾ ਵਿੱਚ ਲੈ ਆਉਂਦੇ ਨੇ। ਜਦੋਂ ਅਸੀਂ ਚਲਦੇ ਚਲਦੇ ਭਟਕ ਜਾਂਦੇ ਹਾਂ ਤੇ ਪਰਮੇਸ਼ਵਰ ਕੀ ਹੈ, ਦੁਬਾਰਾ ਸਾਨੂੰ ਉੱਥੇ ਲੈ ਆਉਂਦੇ ਨੇ ਜਿੱਥੋਂ ਪਰਮੇਸ਼ਵਰ ਦੀ ਯੋਜਨਾ ਸਾਡੇ ਜੀਵਨ ਵਿੱਚ ਸ਼ੁਰੂ ਹੁੰਦੀ ਹੈ। ਪਰਮੇਸ਼ਵਰ ਦੇ ਵਚਨ ਹੀ ਬਾਰ-ਬਾਰ ਕਿਹਾ, ਮਤ ਡਰ, ਮਤ ਘਬਰਾ, ਮਤ ਇਧਰ ਉਧਰ ਤਾਕ। ਪਰ ਕਿਉਂਕਿ ਵੀ ਆਰ ਆਲ ਹਿਊਮਨ ਬੀਇੰਗਸ, ਵੀ ਆਰ ਆਲ ਫਾਲਨ ਨੇਚਰ, ਅਸੀਂ ਸਾਰੇ ਚਿੰਤਾ ਕਰਦੇ ਹਾਂ। ਅਸੀਂ ਕਹਿੰਦੇ ਤਾਂ ਹੈਗੇ ਹਾਂ, ਜਦੋਂ ਵੈਨ ਵੀ ਆਰ ਇਨ ਗਰੁੱਪ, ਸਾਰਿਆਂ ਨੂੰ ਅੱਛਾ ਲੱਗਦਾ ਹੈ ਦੂਜੇ ਨੂੰ ਕਹਿਣ ਵਾਸਤੇ ਕਿ ਮੈਂ ਤਾਂ ਕੋਈ ਐਸਾ ਕਦਮ ਨਹੀਂ ਚੱਕਦਾ ਜਿਹੜਾ ਪਰਮੇਸ਼ਵਰ ਦੀ ਯੋਜਨਾ ਦੇ ਖਿਲਾਫ ਹੋਵੇ, ਜਿਹੜਾ ਪਰਮੇਸ਼ਵਰ ਦੇ ਵਚਨ ਦੇ ਖਿਲਾਫ ਹੋਵੇ। ਪਰ ਇਹ ਸੱਚ ਨਹੀਂ ਹੈ। ਤੁਸੀਂ ਕਹੋਗੇ ਕਿਸ ਤਰ੍ਹਾਂ ਸੱਚ ਨਹੀਂ ਹੈ? ਅੱਜ ਅਸੀਂ ਸਿਰਫ ਇਬਰਾਹਿਮ ਦੇ ਬਾਰੇ ਦੇਖਾਂਗੇ। ਪਹਿਲੇ ਮੋਟੇ ਆਪਾਂ 3 ਪੁਆਇੰਟ ਦੇਖਨੇ ਆ ਕਿ ਕਿਹੜੀ ਕਿਹੜੀ ਗੱਲਾਂ ਸੀਗੀਆਂ ਜਿੰਦੇ ਵਿੱਚ ਇਬਰਾਹਿਮ ਨੇ ਪਰਮੇਸ਼ਵਰ ਦੇ ਹੁਕਮ ਨਹੀਂ ਮੰਨੇ। ਜੈਨੇਸਿਸ 12 ਦਾ 1 ਤੇ 2 ਕੀ ਕਹਿੰਦਾ ਹੈ ਕਿ ਪਰਮੇਸ਼ਵਰ ਨੇ ਇਬਰਾਹਿਮ ਨੂੰ ਕਿਹਾ ਕਿ ਤੂੰ ਆਪਣਾ ਘਰ-ਬਾਰ ਤੇ ਆਪਣੇ ਲੋਕ ਛੋੜ ਕੇ ਜਿਹੜੀ ਜਗ੍ਹਾ ਮੈਂ ਤੈਨੂੰ ਦਿਖਾਵਾਂ ਤੂੰ ਉੱਥੇ ਜਾ, ਐਂਡ ਆਈ ਵਿਲ ਬਲੈਸ ਯੂ। ਕਿਆ ਇਬਰਾਹਿਮ ਨੇ ਕੀਤਾ? ਪਾਰਸ਼ਲ ਕੀਤਾ, ਅੱਧਾ ਕੰਮ ਕੀਤਾ। ਚੱਲਦਾ ਪਿਆ ਉਹ, ਪਰ ਪਰਮੇਸ਼ਵਰ ਨੇ ਕਿਹਾ ਸੀ ਤੂੰ ਆਪਣੇ ਪਰਿਵਾਰ ਨੂੰ ਛੋੜ ਕੇ ਚਲਾ ਜਾ। ਉਹਨੇ ਕੀ ਕਿਹਾ? ਆਪਣੇ ਭਤੀਜੇ ਲੂਤ ਨੂੰ ਵੀ ਨਾਲ ਲੈ ਲਿਆ। ਫਿਰ ਜਦੋਂ ਮਿਸਰ ਵਿੱਚ ਗਿਆ, ਉਹਨੂੰ ਪਤਾ ਹੈ ਕਿ ਮੈਂ ਪਰਮੇਸ਼ਵਰ ਦੀ ਯੋਜਨਾ ਦੇ ਵਿੱਚ ਜਾ ਰਿਹਾ, ਫਿਰ ਵੀ ਮਿਸਰੀਆਂ ਨੂੰ ਦੇਖ ਕੇ ਘਬਰਾ ਗਿਆ ਤੇ ਆਪਣੀ ਵਾਈਫ ਨੂੰ ਕਹਿੰਦਾ ਹੈ ਵੀ ਤੂੰ ਕਿਸੇ ਨੂੰ ਇਹ ਨਾ ਕਿ ਤੂੰ ਮੇਰੀ ਪਤਨੀ ਹੈ, ਤੂੰ ਕਹੀ ਕਿ ਤੂੰ ਮੇਰੀ ਭੈਣ ਹੈਗੀ ਹੈ। ਇਹ ਨਾ ਹੋ ਕਿ ਇਹ ਲੋਕ ਮੈਨੂੰ ਜਾਨ ਤੋਂ ਮਾਰ ਦੇਣ। So did
Abraham trusted God? Certainly not. ਪਰ ਰੱਬ ਨੇ ਫਿਰ ਵੀ ਆਪਣੀ ਯੋਜਨਾ ਦੇ ਵਿੱਚ ਰੱਖਿਆ ਉਹਨੂੰ। ਤੇ ਤੀਸਰਾ ਆਪਾਂ ਦੇਖਾਂਗੇ, ਜਦੋਂ ਅਬਰਾਹਮ ਨੇ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਪਿੱਛੇ ਚੱਲਣਾ ਸ਼ੁਰੂ ਕੀਤਾ, ਜਦੋਂ ਪੂਰੀ ਤਰ੍ਹਾਂ ਪਰਮੇਸ਼ਵਰ ਦੀ ਯੋਜਨਾ ਦੇ ਵਿੱਚ ਆ ਗਿਆ, ਉਦੋਂ ਪਰਮੇਸ਼ਵਰ ਨੇ ਜੋ ਉਹਦੇ ਵਾਸਤੇ ਬਰਕਤਾਂ ਬਲੈਸਿੰਗਸ ਰੱਖੀਆਂ ਸੀ, ਉਹ ਸਾਰੀਆਂ ਉਹਨੂੰ ਦਿੱਤੀਆਂ। ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਆਪਣੇ ਆਪਣੇ ਜੀਵਨ ਨੂੰ ਪਰਖੀਏ, ਦੇਖੀਏ, ਕਿਆ ਅਸੀਂ ਅਲੱਗ-ਅਲੱਗ ਟਾਈਮ ਤੇ ਬਹੁਤ ਵਾਰੀ ਮੈਨੀ ਟਾਈਮਸ ਪਰਮੇਸ਼ਵਰ ਦੇ ਹੁਕਮਾਂ ਦਾ ਨਿਰਾਦਰ ਕੀਤਾ। ਜੇ ਨਿਰਾਦਰ ਕੀਤਾ ਤੇ ਅੱਜ ਦਾ ਵੀ ਦਿਸ ਇਜ਼ ਦਾ ਡੇ ਦੈਟ ਦਾ ਲਾਰਡ ਹੈਜ਼ ਮੇਡ, ਅੱਜ ਦਾ ਦਿਨ ਵੀ ਹੈਗਾ ਕਿ ਜਦੋਂ ਆਪਾਂ ਉਹਨਾਂ ਦਾ ਪਛਤਾਵਾ ਕਰਕੇ ਪਰਮੇਸ਼ਵਰ ਦੀ ਯੋਜਨਾ ਦੇ ਵਿੱਚ ਜੁੜ ਸਕੀਏ। ਤੇ ਆਪਾਂ ਜੈਨੇਸਿਸ ਦੇਖਾਂਗੇ, ਉਤਪੱਤੀ ਦੇ ਪੁਸਤਕ 12 ਦਾ 1 ਪੜਾਂਗੇ। ਇਹਦੇ ਵਿੱਚ ਹੈਗਾ ਕਿ ਪਰਮੇਸ਼ਵਰ ਦੀ ਬੁਲਾਹਟ। यहोवा ने अब्राहम से कहा, अपना देश, अपनी जन्मभूमि और अपने पिता को घर को छोड़कर उस देश में चला जा जो मैं तुझे दिखाऊंगा। जे करेगा तो मैं की करांगा? इफ यू विल लिसन टू मी, परमेश्वर कह रहा है, और मैं तुझ में से एक बड़ी जाति बनाऊंगा, तुझे आशीष दूंगा, तेरा नाम बड़ा करूंगा और तुझे अभिषेक का मूल ठहराऊंगा। I will make you the root of the blessing। तेरे तो आशीषा शुरू होंगियां। किदों होएगा? जिदों तू मेरा कहना मनेगा, जिदों जेड़ी चीज रास्ता तुम मैं दिखाया है तू उस रास्ते चलेगा। पर अब्राहम ने की गलती की थी? उन्हें लूत नूं अपने नाल ले लिया। ਆਪਾਂ ਦੇਖਾਂਗੇ ਅੱਗੇ ਪਰਮੇਸ਼ਵਰ ਦੀ ਯੋਜਨਾ। ਤੁਹਾਨੂੰ ਸਾਰਿਆਂ ਨੂੰ ਪਤਾ ਕੀ ਕੀਤਾ ਪਰਮੇਸ਼ਵਰ ਨੇ। ਫਿਰ ਜਦੋਂ ਮਿਸਰ ਵਿੱਚ ਗਿਆ, ਫਿਰ ਉਹਦੇ ਡਰ ਆ ਗਿਆ। ਇਹ ਚਿੰਤਾ ਦੇ ਡਰ ਸਾਡੇ ਸਾਰੀ ਜ਼ਿੰਦਗੀ ਸਾਡੇ ਨਾਲ ਰਹਿਣੇ। ਇਹਨਾਂ ਤੇ ਅਸੀਂ 1 by 1 ਜਿਹੜੀ ਚਿੰਤਾ ਤੁਸੀਂ ਅੱਜ ਕਰਦੇ ਹੋ ਉਹਦਾ ਅੱਜ ਫੈਸਲਾ ਕਰੋ। ਜਿਹੜੀ ਕੱਲ ਚਿੰਤਾ ਤੁਹਾਡੀ ਨਵੀਂ ਤੁਹਾਡੇ ਸਾਹਮਣੇ ਆ ਜਾਏਗੀ ਉਹਦਾ ਫੈਸਲਾ ਕਰੋ। ਪਰਮੇਸ਼ਵਰ ਦੀ ਬਰਕਤਾਂ ਨੂੰ ਸੋਚੋ ਕਿ ਪਰਮੇਸ਼ਵਰ ਤੁਹਾਡੇ ਜੀਵਨ ਨੇ ਅੱਜ ਤੱਕ ਕੀਤਾ, ਤੇ ਫਿਰ ਪਰਮੇਸ਼ਵਰ ਦੇ ਯੋਜਨਾ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਾਓ। ਕੰਪਲੀਟ ਸਬਮਿਸ਼ਨ ਰੱਬ ਚਾਹੁੰਦਾ ਹੈ। ਪਾਰਟ ਸਬਮਿਸ਼ਨ ਕਦੀ ਵੀ ਕਾਮਯਾਬ ਨਹੀਂ ਹੁੰਦਾ। ਤੇ ਆਪਾਂ ਦੇਖਨੇ ਆ ਕੀ ਕਹਿੰਦਾ ਆਪਣਾ ਅਬਰਾਹਮ 12 ਤੇ 11 ਵਿੱਚ ਆਪਣੀ ਵਾइफ ਨੂੰ ਕੀ ਕਹਿੰਦਾ ਹੈ। फिर ऐसा हुआ कि मिस्र के निकट पहुंचकर उसने अपनी पत्नी सारे से कहा, सुन, मुझे मालूम है तू सुंदर औरत है, इस कारण जब मिस्री तुझे देखेंगे तो कहेंगे यह इसकी पत्नी है, सो वे मुझे मार डालेंगे और तुझको जीती रहने देंगे। सो तू ये कहना कि जिससे मेरे तेरे कारण तू ये कहना कि मैं उसकी बहन हूं, जिससे तेरे कारण मेरा कल्याण हो और मेरा प्राण तेरे कारण बच जाए। अब्राहम की सोच रहा है कि सारा जो कि उन्हें हिसाब ना मेरी जिंदगी का फैसला होना है। उन्हें यह नहीं सोचा कि रब जो करेगा उन्हें ना फैसला होना। कहना जे तू कहेंगी, जो तू मेरा कहना मान लेंगी, ता मेरी जान बच जाएगी। ਤੇ ਉਹੀ ਹੋਇਆ ਜੋ ਅਬਰਾਹਮ ਨੇ ਕਿਹਾ ਸੀ ਕਿ ਜਿਹੜੇ ਲੋਕ ਸੀਗੇ ਉੱਥੇ ਦੇ, ਉਹ ਰਾਜਾ ਨੇ ਸਾਰਾ ਨੂੰ ਆਪਣੇ ਮਹਿਲ ਵਿੱਚ ਬੁਲਾ ਲਿਆ। ਫਿਰ ਪਰਮੇਸ਼ਵਰ ਨਹੀਂ ਛੋੜਦਾ ਆਪਣੇ ਬੱਚਿਆਂ ਨੂੰ। ਜੇ ਤੁਸੀਂ ਤੇ ਮੈਂ ਕੋਈ ਗਲਤੀ ਕੀਤੀ ਹੈ, ਆਪਾਂ ਨੂੰ ਉਹਦਾ ਅਹਿਸਾਸ ਹੁੰਦਾ ਹੈ, ਤੇ ਆਪਾਂ ਨੂੰ ਰੋਣ ਪੁੱਟਣ ਦੀ ਜ਼ਰੂਰਤ ਨਹੀਂ ਹੈ। ਇਹ ਕਹਿਣ ਦੀ ਲੋੜ ਨਹੀਂ ਹੁਣ ਮੇਰਾ ਕੀ ਹੋਏਗਾ, ਕਿਉਂਕਿ ਪਰਮੇਸ਼ਵਰ ਕੀ ਹੈਗਾ,
ਦਿਆਲੂ ਤੇ ਕਿਰਪਾਲੂ ਪਰਮੇਸ਼ਵਰ। ਵਚਨ ਕੀ ਕਹਿੰਦਾ ਹੈ? ਕਿ ਕ੍ਰੋਧ ਕਰਨ ਵਿੱਚ ਧੀਮਾ ਹੈਗਾ। ਇਸ ਕਰਕੇ ਪਰਮੇਸ਼ਵਰ ਦੀ ਯੋਜਨਾ 'ਚ ਅਬਰਾਹਮ ਤਾਂ ਨਹੀਂ ਆਇਆ, ਉਹ ਪਰਮੇਸ਼ਵਰ ਦੀ ਗੱਲਾਂ ਤੋਂ ਭਟਕ ਗਿਆ। ਪਰ ਕਿਆ ਪਰਮੇਸ਼ਵਰ ਉਹਨੂੰ ਛੋੜਿਆ? ਤੁਸੀਂ ਤੇ ਮੈਂ ਜਾਣਦੇ ਹਾਂ ਕਿ ਨਹੀਂ ਛੋੜਿਆ। ਉਵੇਂ ਕਿਹਾ ਹੈ ਤੁਹਾਨੂੰ ਤੇ ਮੈਨੂੰ ਪਰਮੇਸ਼ਵਰ ਛੋੜ ਦੇਗਾ? ਵਚਨ ਕਹਿੰਦਾ ਨਹੀਂ। ਪਰਮੇਸ਼ਵਰ ਸਾਨੂੰ ਘੁਮਾ ਫਿਰਾ ਕੇ ਫਿਰ ਉੱਥੇ ਲੈ ਆਉਂਦਾ ਜਿੱਥੇ ਆਪਾਂ ਗਲਤੀ ਕੀਤੀ ਸੀ, ਐਸ ਉਮੀਦ ਵਿੱਚ ਕਿ ਅਸੀਂ ਉਹ ਗਲਤੀ ਦੁਬਾਰਾ ਨਾ ਕਰੀਏ। ਚੇਲਿਆਂ ਨੇ ਪੁੱਛਿਆ ਪ੍ਰਭੂ ਯਿਸੂ ਮਸੀਹ ਨੂੰ ਕਿ ਮੈਂ ਆਪਣਾ ਜਿਹੜਾ ਭਰਾ ਹੈਗਾ ਉਹਨੂੰ ਕਿੰਨੀ ਵਾਰੀ ਮਾਫ ਕਰਾਂ? ਕਿਆ 7 ਵਾਰੀ ਮਾਫ ਕਰਾਂ? ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? 7 ਗੁਣਾ 70 ਵਾਰੀ ਮਾਫ ਕਰ। ਜੇ ਪਰਮੇਸ਼ਵਰ ਸਾਨੂੰ ਸਿੱਖਿਆ ਦੇ ਰਹੇ ਹੈਗੇ ਨੇ ਤੇ ਪਰਮੇਸ਼ਵਰ ਵੀ ਉਹੀ ਕੰਮ ਕਰਦੇ ਨੇ। ਪਰਮੇਸ਼ਵਰ ਵਚਨ ਕਹਿੰਦਾ ਹੈ, ਪਰਮੇਸ਼ਵਰ ਇਨਸਾਨ ਨਹੀਂ ਜਿਹੜਾ ਝੂਠ ਬੋਲਦਾ। ਤੇ ਪਰਮੇਸ਼ਵਰ ਦੀ ਯੋਜਨਾ ਜਿਹੜੀ ਹੈਗੀ ਉਹ ਹਮੇਸ਼ਾ ਕਾਮਯਾਬ ਹੁੰਦੀ ਹੈ। ਹੁਣ ਅਸੀਂ ਦੇਖਦੇ ਹਾਂ 16-17 ਵਿੱਚ ਜਿਹੜਾ ਰਾਜਾ ਹੁੰਦਾ ਹੈ ਉਹ ਅਬਰਾਹਮ ਨੂੰ ਸਾਰਾ ਉਹਦੀ ਭੈਣ ਸਮਝ ਕੇ ਬਹੁਤ ਸਾਰੇ ਤੋਹਫੇ ਦਿੰਦਾ ਹੈ। ਪਰ ਪਰਮੇਸ਼ਵਰ ਕੀ ਹੈਗਾ, ਉਹਦੇ ਪਰਿਵਾਰ ਤੇ ਅਲੱਗ-ਅਲੱਗ ਤਰ੍ਹਾਂ ਦੀ ਮੁਸੀਬਤਾਂ ਲੈ ਕੇ ਆਉਂਦਾ ਹੈ ਤੇ ਉਹਦੇ ਤੇ ਜ਼ਾਹਰ ਕਰਦਾ ਫਾਈਨਲੀ ਵੀ ਇਹ ਜਿਹੜੀ ਔਰਤ ਹੈਗੀ ਹੈ ਭੈਣ ਨਹੀਂ ਹੈ, ਅਬਰਾਹਮ ਦੀ ਵਾਈਫ ਹੈ। ਤੇ ਹੁਣ ਜਦੋਂ ਅਬਰਾਹਮ ਬਾਹਰ ਨਿਕਲਦਾ ਹੈ, ਆਪਾਂ ਦੇਖਾਂਗੇ 20 वर्ष की कहता है, और फिरौन ने अपने आदमियों को इस विषय में आज्ञा दी और उन्होंने उसको उसकी पत्नी को सब संपत्ति समेत जो उसको था विदा कर दिया। तो जेड़ा कुछ भी उन्होंने गिफ्ट दिते सी अपना राजा ने, वो उन्होंने कहा भी तू ये नाल ले जा, असी इन्हों वापस नहीं लवांगे। तो परमेश्वर की योजना की सीगी? परमेश्वर कहता तू आशीष दा मूल होएगा। तो परमेश्वर ने अब्राहम परमेश्वर की योजना तो अलग होंदा रहा, पर परमेश्वर ने अपनी योजना जिहड़ी हैगी अब्राहम के जीवन में पूरी की। फिर आप अगे देखने कि परमेश्वर ने शुरू तो कहा सी अब्राहम नूं भी तू अकला निकल करो। फिर परमेश्वर ऐसे हालात बनाता है कि परमेश्वर अपनी मर्जी पूरी करा सके। आप 13:8 देखने उत्पत्ति 13:8 की कहता है, अब अब्राहम लूत से कहने लगा तेरे और मेरे बीच, तेरे और मेरे चौराहों के बीच झगड़ा ना होने पाए, क्योंकि हम भाई बंधु हैं। ऐस करके कहना है कि तू एक पासे चला जा, जेड़ा पासा तू चुनेगा मैं उस पासे नहीं आवांगा, मैं उनके ऑपोजिट जावांगा। उनकी है परमेश्वर ने अपनी योजना जी शुरू अब्राहम ने गलती की सी लूत नूं नाल लैके आउण दी, परमेश्वर ने वो पूरी की। हुण जदों अब्राहम ने रब की गल मन्नी, उस तो बाद रब ने उन्होंने कहा, आप देखिया कि 13:8 रब ने उन्होंने कहा तो उन्हें रब की कहना मन के लूत तो अलग हो गया। तो उसी चैप्टर के 15 ते 16 की कहता है, वो कहता है परमेश्वर कह रहे ने अब्राहम नूं, जितनी भूमि तुझे दिखाई देती है उस सब को मैं तुझे और तेरे वंश को युग युग के लिए दूंगा। तेरे और तेरे वंश को हमेशा के लिए दूंगा, क्योंकि तू मेरा कहना मनिया। ऐस करके सानू याद रखना चाहिए है कि परमेश्वर की मर्जी पूरी करने सानू हमेशा फायदा ही होता है, कभी भी नुकसान नहीं होएगा। फिर परमेश्वर ने की किया 15:5 की कहता है, और उसने उसको बाहर ले जाकर कहा
आकाश की ओर दृष्टि करके तारा गण को गिन, क्या तू उनको गिन सकता है? फिर उसने उससे कहा, तेरा वंश ऐसा ही होगा। उसने यहोवा पर विश्वास किया और यहोवा ने इस बात को उसके लेखे धर्म माना। परमेश्वर ने की क्या? दो गल्लां कहियां उत्ते। एक तो गल कही कि जिहड़ी जो जमीन देख सकता हैगा वो सब मैं हमेशा वास्ते तन दे देंगा। तेरे बाद तेरे पुश्तां नूं भी दे दांगा ते तेरी औलाद इन्नी करांगा जिन्नी कि समुंदर दे कंढे रेत दे कण हुंदे ने। पर आपां सारे जानने आ कि सारा तो उन्होंने अब्राहम नूं सिर्फ इक्को बेटा होया सी। उन्हें अपनी जीवन विच वो नहीं देखा जो रब ने उन्होंने कहा सी, पर की उन्हें विश्वास किया जो रब ने कहा जो रब इस तरह करेगा, जिहड़ा कि उनके वास्ते की गिनया गया? धार्मिकता गिनया गया। हुण आपां देखने आ कि परमेश्वर किवें एक होर इम्तिहान लैंदे ने अब्राहम दा। आपां देखने जेनेसिस 15:9। हुण जदों वो अलग हो गए, परमेश्वर ने वादा किया। मैं बड़ा दिमाग सोचने की कोशिश की, पर अजे मैनूं पूरी तरह सही जवाब नहीं मिलिया चीज़ का जिहड़ा तुहानूं मैं दस्सण लगा। तुसीं भी सोच के अपना सानूं दस सकदे हो। परमेश्वर ने अब्राहम नूं कहा कि तू मेरे वास्ते बलिदान चढ़ा, ते परमेश्वर ने उन्होंने 5 जानवर मंगे उनके कोल बलिदान विच। हुण जे तुसीं किसी दे घर तुहानूं इनवाइट कोई करे तो उन्होंने पता है भी तुसीं बहुत थोड़ा खांदे हो, पर फिर भी वो की बहुत सारी चीज़ां बनाता है। उन्होंने भी इस चीज़ का पता है भी तुसीं तो उन्हें चों एक अद्धी चीज़ ही खाओगे, पर की वो तुहाडा सम्मान करता है। उसी तरह परमेश्वर की है अब्राहम नूं टेस्ट करता है भी अजे भी इहदे कोई कमी है, कमजोरी हैगी है कि हुण बंदा बन गया, हुण मेरे पीछे चलण वाला बन गया। किवें? वो कहता ब्रिंग मी अ 3-year-old हाइफर। हाइफर हुंदा है जिहड़ा गां दा बच्चा हुंदा है जिन्हें अजे की रीप्रोड्यूस नहीं किया होंदा, मतलब उन्हें अजे बच्चा नहीं दिता होंदा, वो वाली गां नूं हाइफर कहंदे ने। जिन्हें अजे जिवें अपना पंजाब कहंदे जिहड़ी नवीं नहीं होई, जिहड़ी अजे अनटच हैगी है, वो किनो 3 साल दा लैके आ। A 3-year-old female goat, a 3-year-old ram। हुण रैम जिहड़ा हैगा उनके कोल बाड़े बहुत सारी अपना भेड़ां हैगियां सीगियां। परमेश्वर कहंदा भेड़ नहीं चाहिदी, तू रैम लैके आ। ते जे आपां गूगल देखीए रैम जिहड़ा हुंदा है वो भेड़ दी जाति तो हैगा, पर उनके वड्डे वड्डे सींग हुंदे ने। तो परमेश्वर ने उन्होंने दस्सिया भी तू मैं जो तेनों गल्लां कह रहा वो तू समझ की गल्लां कह रहा मैं। तू की करना है? एक हाइफर लैके आना है, एक तू गोट लैके आनी है, एक 3 साल का तू रैम लैके आना है, एक टर्टल डव लैके आना है। हुण टर्टल डव की है? टर्टल डव इट इज अ लार्जर दैन अ मच लार्जर दैन अ कबूतर विद ब्यूटीफुल विंग्स। तो एक परमेश्वर उन्होंने क्या तू कबूतर लैके आना। ते परमेश्वर ने उनका दिल देखा कि उनका दिल कित्थे है। परमेश्वर को फर्क नहीं बनता सी भी एक लैके आवे कि 5 चीज़ां लैके आवे। पर्टिकुलर दसिया भी किन्ने किन्ने साल के जानवर होने चाहिए। उवें जो परमेश्वर तुहानूं तो मैनूं कोई गल कहंदा है, असी जो अपना कमीज भी लैने
ਤੇ ਚੈੱਕ ਕਰਨੇ ਆ ਉਹਦਾ ਕਾਲਰ ਕਿਸ ਤਰ੍ਹਾਂ ਦਾ ਹੈਗਾ, ਨਵੇਂ ਡਿਜ਼ਾਈਨ ਦਾ ਹੈਗਾ ਨਹੀਂ ਹੈਗਾ, ਉਹਦੇ ਬਟਨ ਕਿਸ ਤਰ੍ਹਾਂ ਦੇ ਹੈਗੇ ਨੇ। ਅੱਜ ਕੱਲ੍ਹ ਕਾਲਰ ਤੇ ਕਮੀਜ਼ ਦਾ ਡਿਫਰੈਂਟ ਕਲਰ ਲੋਕੀ ਪਾਉਂਦੇ ਨੇ। ਅਸੀਂ ਹਰ ਚੀਜ਼ ਨੂੰ ਬੜੇ ਧਿਆਨ ਨਾਲ ਦੇਖਦੇ ਆ, ਮੇਰਾ ਕਿਹੜੇ ਕੱਪੜੇ ਪਾਏ ਨੇ। ਛੋਟੀ ਛੋਟੀ ਜਿਹੜਾ ਸਾਡੇ ਵਾਸਤੇ ਹੁੰਦੀਆਂ, ਜੋ ਕੱਪੜਾ ਅਸੀਂ ਪਾਣਾ ਹੁੰਦਾ ਹੈ, ਉਹਨੂੰ ਬੜੇ ਧਿਆਨ ਨਾਲ ਵੇਖਦੇ ਆ ਕਿ ਇਹ ਕੱਪੜਾ ਪਾ ਕੇ ਮੈਂ ਅੱਛਾ ਲੱਗਾ, ਇਹਦਾ ਕਫ ਅੱਛੇ ਹੋਣ, ਇਹਦਾ ਕਾਲਰ ਅੱਛਾ ਹੋਵੇ, ਇਹਦੇ ਬਟਨ ਅੱਛੇ ਹੋਣ, ਕੋਈ ਕਮੀ ਨਾ ਹੋਵੇ ਮੇਰੀ ਕਮੀਜ਼ ਵਿੱਚ, ਉਹ ਕਮੀਜ਼ ਪਾਣੀ ਹੈ। ਉਵੇਂ ਪਰਮੇਸ਼ਵਰ ਹੀ ਉਹਨੂੰ ਕਹਿੰਦਾ ਕਿ ਜੋ ਮੈਂ ਤੈਨੂੰ ਗੱਲਾਂ ਕਵਾਂਗਾ ਉਹਨੂੰ ਧਿਆਨ ਨਾਲ ਸਮਝ। ਜਿਹੜੇ 3-3 ਸਾਲ ਦੇ ਜਾਨਵਰ ਲੈ ਕੇ ਆਨੇ ਆ, 5 ਤਰ੍ਹਾਂ ਦੇ ਲੈ ਕੇ ਆਨੇ ਆ। ਮੇਰੇ ਵਿਚਾਰ ਨਾਲ ਪਰਮੇਸ਼ਵਰ ਇਹ ਦੇਖਣਾ ਚਾਹ ਰਿਹਾ ਸੀ ਅਬਰਾਹਮ ਵਿੱਚ ਵੀ ਜੋ ਮੈਂ ਤੈਨੂੰ ਕਹਿਣਾ, ਕਿਆ ਤੂੰ ਉਹਨੂੰ ਪੂਰੀ ਤਰ੍ਹਾਂ ਕਰਦਾ ਕਿ ਨਹੀਂ ਕਰਦਾ। ਕਿਉਂਕਿ ਬੁੱਕ ਆਫ ਇਜ਼ਾਇਆ 'ਚ ਲਿਖਿਆ ਹੈਗਾ, ਪਰਮੇਸ਼ਵਰ ਕਹਿੰਦਾ ਹੈ ਕਿ ਮੈਂ ਤੁਹਾਡੇ ਜਾਨਵਰ ਦੇਖ ਦੇਖ ਕੇ ਮੇਰੇ ਦਿਲ ਨਹੀਂ ਕਰਦਾ ਤੁਹਾਡੇ ਵੱਲ ਦੇਖਣ ਦਾ, ਕਿਉਂਕਿ ਤੁਸੀਂ ਗਰੀਬ ਜਾਨਵਰ ਜਿਹੜਾ ਤੁਹਾਡੇ ਕਿਸੇ ਕੰਮ ਦੇ ਨਹੀਂ ਹੈਗਾ, ਉਹ ਮੇਰੀ ਵੇਦੀ ਤੇ ਚੜਾਉਣ ਵਾਸਤੇ ਲੈ ਕੇ ਆਉਂਦੇ ਹੋ। ਪਰਮੇਸ਼ਵਰ ਅੱਗੇ ਕਹਿੰਦਾ ਹੈ ਕਿ ਤੁਹਾਡਾ ਜਿਹੜਾ ਹਾਕਿਮ ਹੈਗਾ, ਤੁਹਾਡਾ ਜਿਹੜਾ ਕੋਈ ਬੌਸ ਹੈਗਾ ਸੰਸਾਰਿਕ, ਉਹਨੂੰ ਦੇ ਕੇ ਦੇਖੋ ਕਿ ਬਿਮਾਰ ਜਾਨਵਰ, ਉਹ ਤੁਹਾਨੂੰ ਆਪਣਾ ਕੀ ਕਹਿੰਦੇ ਦੇਖੋ ਕੀ ਫਿਰ ਜਵਾਬ ਦਿੰਦਾ। ਪਰ ਮੈਂ ਪਰਮੇਸ਼ਵਰ ਜਿਹਨੇ ਤੁਹਾਨੂੰ ਜੀਵਨ ਦਿੱਤਾ, ਜਿਹਨੇ ਤੁਹਾਨੂੰ ਇਟਰਨਲ ਲਾਈਫ ਦਾ ਵਾਅਦਾ ਕੀਤਾ, ਜਿਹੜਾ ਤੁਹਾਨੂੰ ਰੋਜ਼ ਸੰਭਾਲਦਾ ਵਾਂ, ਤੁਸੀਂ ਮੇਰਾ ਕਿੱਥੇ ਧਿਆਨ ਕਰਦੇ ਹੋ? ਗੱਲਾਂ ਹੀ ਕਰਦੇ ਹੋ ਸਰ। ਇਸ ਕਰਕੇ ਆਪਾਂ ਜਦੋਂ ਵੀ ਪਰਮੇਸ਼ਵਰ ਦਾ ਵਚਨ ਪੜ੍ਹੀਏ, ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਪਰਮੇਸ਼ਵਰ ਨੇ 5 ਚੀਜ਼ਾਂ ਮੰਗੀਆਂ ਨੇ, 5 ਅਲੱਗ-ਅਲੱਗ ਮੰਗੀਆਂ ਨੇ। ਉਹ ਦੇਖਦਾ ਕਿ ਸਾਡਾ ਦਿਲ ਕਿੱਥੇ ਹੈਗਾ। ਫਿਰ ਉਹਨੂੰ ਰੱਬ ਪਰਮੇਸ਼ਵਰ ਨੇ ਕਿਹਾ ਵੀ ਕਬੂਤਰਾਂ ਨੂੰ ਛੋੜ ਕੇ ਬਾਕੀ ਸਾਰਿਆਂ ਨੂੰ 2-2 ਟੁਕੜੇ ਕਰਕੇ ਤੇ ਤੂੰ ਜਿਹੜੀ ਆਲਟਰ ਬਣਾਇਆ ਹੁੰਦੇ ਤੇ ਉਹਨਾਂ ਨੂੰ ਰੱਖ ਦੇ। ਫਿਰ ਕੀ ਅਬਰਾਹਮ ਨੂੰ ਕੀ ਹੈ? ਇੰਤਜ਼ਾਰ ਕਰਨਾ ਪਿਆ। ਕੀ ਕਹਿੰਦਾ ਹੈ? बारह के अंदर 15 का 12। और जब सूर्य अस्त होने लगा तो अब्राहम पर भारी नींद आई और देखो अत्यंत भय और अंधकार उस पर छा गया। वो सब कुछ इकट्ठा कर दूंगा, इंतजार करता रहा। सवेर की शाम हो गई। ते जिवें अपना दाऊद के केस ही दस्या, सोल नूं ते बुरी आत्मा आंदी सी, परमेश्वर ने भी अब्राहम का टेस्ट लिया। उनदे ते नींद भी आई ते उनदे ते डर भी आया। वो डर नहीं सीगा जिहड़ा कि उन्हें अपने वाइफ नूं जदों कहा सी कि मैनू मार देंगे, तू कहीं मेरी भैन हैगी है। परमेश्वर साडे हर तरह के डर निकालना चाहता है, पर वो सानू टेस्ट करते हैं कि साडा दिल कित्थे हैगा, साडा विश्वास कित्थे हैगा। जो असीं कहने आ क्या असीं करते भी है कि सिर्फ गल्लां दे ही भरे हुए है। ते जदों अब्राहम परमेश्वर दे सामने उन्हां दी हर आग्या मनन वाला होया, फिर परमेश्वर दा वचन अगे की कहंदा है, तब 13 वर्ष कहंदा है, तब यहोवा ने अब्राहम से कहा, यह निश्चय जान कि तेरे इत्थे गल कर रहे ने कि जदों तुहाडे मिस्र च लोग जाणगे कि तेरा वंश पराए देश में परदेसी होकर रहेगा और उसके देश के लोगों का दास हो जाएंगे और उनको वह 400 साल तक दुख देंगे। तो गॉड परमेश्वर ने अपनी सारी जी योजना हैगी है वो इब्राहिम से जाहिर की, पर अगे की क्या उन्होंने, फिर जिस देश को वो दास होंगे उनको मैं दंड दूंगा और उसके पश्चात वह बड़ा धन वहां से लेकर निकल जाएंगे। पर इब्राहिम के बारे रब की कहता है, इब्राहिम के बारे रब की कहता है 15वां वर्ष 15 का 15, तू तो अपने पितरों में कुशल के साथ मिल जाएगा और पूरे बुढ़ापे में मिट्टी दी जाएगी।
ਪਰਮੇਸ਼ਵਰ ਨੇ ਅਬਰਾਹਮ ਨੂੰ ਕੀ ਵਾਅਦਾ ਕੀਤਾ? ਉਹਨੂੰ ਫਿਊਚਰ ਦਿਖਾਤਾ ਕਿ ਤੇਰੇ ਬੱਚਿਆਂ ਨਾਲ ਕੀ ਹੋਏਗਾ, ਪਰ ਉਹਨੂੰ ਇਹ ਵੀ ਵਿਸ਼ਵਾਸ ਦਿਲਾਇਆ ਕਿ ਆਈ ਵਿਲ ਬੀ ਵਿਦ them every step of the way। ਤੇ ਅਬਰਾਹਮ ਨਾਲ ਕੀ ਵਾਅਦਾ ਕੀਤਾ ਕਿ ਤੂੰ ਪੂਰੀ ਆਯੂ ਵਿੱਚ ਜੀ ਕੇ ਤੇ ਸ਼ਾਂਤੀ ਨਾਲ ਤੇਰਾ ਇਹ ਸੰਸਾਰ ਤੋਂ ਵਿਦਾਈ ਹੋਏਗੀ। ਹੁਣ ਦੁਬਾਰਾ ਆਪਾਂ ਜਿੱਥੋਂ ਸ਼ੁਰੂ ਕੀਤਾ ਸੀ, ਸਵਾਲ ਹੈਗਾ ਕਿਆ ਅਸੀਂ ਪਰਮੇਸ਼ਰ ਦੀ ਯੋਜਨਾ 'ਚ ਹੈਗੇ ਹਾਂ, ਜਾਂ ਪਰਮੇਸ਼ਰ ਦੀ ਗੱਲਾਂ ਸੁਣ ਕੇ ਅਸੀਂ ਆਪਣੀਆਂ ਜਿਹੜੀ ਚਿੰਤਾਵਾਂ ਹੈਗੀਆਂ ਨੇ, ਸ਼ਾਇਦ ਅਬਰਾਹਮ ਨੇ ਸੋਚਿਆ ਹੋਏਗਾ, ਬਾਈਬਲ ਨਹੀਂ ਲਿਖਿਆ ਇਹਦੇ ਬਾਰੇ, ਵੀ ਚਲੋ ਆਪਣਾ ਭਤੀਜੇ ਨੂੰ ਵੀ ਲੈ ਜਾਣਾ ਤਾਂ ਕਿ ਮੈਨੂੰ ਆਰਾਮ ਰਹੇਗਾ, ਮੇਰੀ ਮਦਦ ਕਰੇਗਾ। ਪਰ ਪਰਮੇਸ਼ਰ ਦੀ ਯੋਜਨਾ ਨਹੀਂ ਸੀਗੀ। ਤੇ ਆਪਾਂ ਦੇਖਿਆ ਕਿਵੇਂ 13ਵੇਂ ਚੈਪਟਰ ਵਿੱਚ ਪਰਮੇਸ਼ਰ ਲੂਤ ਨੂੰ ਤੇ ਅਬਰਾਹਮ ਨੂੰ ਅਲੱਗ ਕਰ ਦਿੰਦਾ। ਇਸ ਕਰਕੇ ਜੇ ਆਪਾਂ ਪਰਮੇਸ਼ਰ ਦੀ ਅਸ਼ੀਸ਼ਾ ਪਾਣਾ ਚਾਹੁੰਦੇ ਹਾਂ ਤੇ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਆਪਣੇ ਆਪ ਨੂੰ 100% ਪਰਮੇਸ਼ਰ ਨੂੰ ਸਮਰਪਿਤ ਕਰੀਏ। ਤੁਸੀਂ ਤਾਂ ਮੈਂ ਕਹਿ ਸਕਦੇ ਹਾਂ ਵੀ ਮੇਰੇ ਕੋਲ ਹੁੰਦਾ ਨਹੀਂ ਹੈ, ਮੈਂ ਕੋਸ਼ਿਸ਼ ਬੜੀ ਕਰਦਾ, ਕੋਈ ਗੱਲ ਨਹੀਂ ਹੈਗੀ। ਕਿਉਂ? ਕਿਉਂਕਿ ਜਦੋਂ ਅਸੀਂ ਪਰਮੇਸ਼ਰ ਦੀ ਸਹਿਭਾਗਿਤਾ ਕਰਾਂਗੇ, ਫੈਲੋਸ਼ਿਪ ਕਰਾਂਗੇ, ਪਵਿੱਤਰ ਆਤਮਾ ਦੇ ਚਲਾਏ ਚੱਲਾਂਗੇ, ਤੇ ਸਾਡੀ ਜਿਹੜੀ ਜਿਹੜੀ ਕਮੀਆਂ ਹੈਗੀਆਂ ਨੇ ਉਹ ਸਾਰੀਆਂ ਕਮੀਆਂ ਪਰਮੇਸ਼ਰ ਸਾਡੀ ਮਦਦ ਕਰਨਗੇ ਕਿ ਅਸੀਂ ਉਹਨਾਂ ਤੋਂ ਛੁਟਕਾਰਾ ਪਾ ਸਕੀਏ। ਆਓ ਆਪਣੇ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਨੂੰ ਝੁਕਾਵਾਂਗੇ। ਅਸੀਂ ਅੱਜ ਪਰਮੇਸ਼ਰ ਦਾ ਵਾਅਦਾ ਸਿੱਖਿਆ ਕਿ ਜੋ ਪਰਮੇਸ਼ਰ ਨੇ ਅਬਰਾਹਮ ਦੇ ਜੀਵਨ ਦੀ ਯੋਜਨਾ ਬਣਾਈ ਸੀ, ਅਲਟੀਮੇਟਲੀ ਪਰਮੇਸ਼ਰ ਦੀ ਯੋਜਨਾ ਹੀ ਪੂਰੀ ਹੋਈ। ਜਿਹੜੀ ਉਹਨੇ ਗਲਤੀਆਂ ਕੀਤੀਆਂ ਸੀ, ਕਿਉਂਕਿ ਉਹ ਪਰਮੇਸ਼ਵਰ ਦੇ ਨਾਲ ਬਣਿਆ ਰਿਹਾ, ਇਸ ਕਰਕੇ ਪਰਮੇਸ਼ਵਰ ਨੇ ਉਹਦਾ ਸਾਥ ਨਹੀਂ ਛੋੜਿਆ ਕਦੀ। ਪਰਮੇਸ਼ਵਰ ਹਮੇਸ਼ਾ ਉਹਦੇ ਅੰਗ ਸੰਗ ਰਿਹਾ। ਪਰਮੇਸ਼ਵਰ ਨੇ ਜਿਹੜਾ ਵਾਅਦਾ ਉਤਪੱਤੀ ਦੇ 12ਵਾਂ ਅਧਿਆਇ ਕੀਤਾ ਸੀ ਕਿ ਮੈਂ ਤੇਰੇ ਜਿਹੜੇ ਆਪਣਾ ਪੁਸ਼ਤ ਹੈਗੀਆਂ ਨੇ ਉਹ ਅਸਮਾਨ ਦੇ ਤਾਰੇ ਜਿੰਨੀਆਂ ਹੋਣਗੀਆਂ, ਉਹ ਪਰਮੇਸ਼ਰ ਦੀ ਯੋਜਨਾ ਪੂਰੀ ਹੋਈ। ਅੱਜ ਪਰਮੇਸ਼ਰ ਤੁਹਾਡੇ ਤੇ ਮੇਰੇ ਜੀਵਨ ਵਿੱਚ ਯੋਜਨਾ ਲੈ ਕੇ ਬੈਠੇ ਨੇ। ਅੱਜ ਸਾਨੂੰ ਵੀ ਆਪਣੇ ਘੁਟਨੇ ਵੱਲ ਜਾਣ ਦੀ ਜ਼ਰੂਰਤ ਹੈ ਤੇ ਪਰਮੇਸ਼ਰ ਕੋਲ ਮੰਗਣ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਪਿਤਾ ਪਰਮੇਸ਼ਰ, ਮੇਰੇ ਕੋਲੋਂ ਇਹ ਕੰਮ ਨਹੀਂ ਹੋ ਪਾਉਂਦਾ, ਤੁਸੀਂ ਮੇਰੀ ਮਦਦ ਕਰੋ। ਤੇ ਪਰਮੇਸ਼ਰ ਜਿਹੜਾ ਦਇਆ ਦਾ ਧਨੀ ਹੈਗਾ, ਉਹਦੀ ਜਿਹੜੀ ਯੋਜਨਾ ਹੈਗੀ ਹੈ ਉਹ ਹਮੇਸ਼ਾ ਪਰਫੈਕਟ ਹੈਗੀ ਹੈ, ਹਮੇਸ਼ਾ ਸੁਪਰੀਮ ਹੈਗੀ ਹੈ। ਪਰਮ ਪਿਤਾ ਪਰਮੇਸ਼ਰ ਜੀ ਆਪਣੇ ਆਪ ਨੂੰ ਸਾਰੇ ਸੁਣਨ ਵਾਲਿਆਂ ਨੂੰ ਲੈ ਕੇ ਆਨੇ ਤੁਹਾਡੇ ਚਰਨਾਂ 'ਚ ਫਾਦਰ। ਪਿਤਾ, ਸਾਡਾ ਵਿਸ਼ਵਾਸ ਹੈਗਾ ਕਿ ਜਿਵੇਂ ਤੁਸੀਂ ਅਬਰਾਹਮ ਦੇ ਨਾਲ ਰਹੇ, ਉਹਦੀ ਗਲਤੀਆਂ 'ਚ ਵੀ ਉਹਦੀ ਮਦਦ ਕੀਤੀ ਪਿਤਾ ਪਰਮੇਸ਼ਵਰ ਜੀ, ਉਵੇਂ ਸਾਡੀ ਵੀ ਗਲਤੀਆਂ 'ਚ ਸਾਡੀ ਮਦਦ ਕਰੋ ਫਾਦਰ। ਸਾਡੀ ਮਦਦ ਕਰੋ ਪਰਮ ਪਿਤਾ ਪਰਮੇਸ਼ਵਰ ਜੀ ਕਿ ਅਸੀਂ ਤੁਹਾਡੇ ਚਲਾਏ ਚੱਲ ਸਕੀਏ। ਤੁਹਾਡੀ ਯੋਜਨਾ ਸਾਡੀ ਯੋਜਨਾ ਬਣੇ ਪਰਮ ਪਿਤਾ ਪਰਮੇਸ਼ਵਰ। ਜਿਹੜੇ ਗੱਲਾਂ ਤੁਹਾਨੂੰ ਪਸੰਦ, ਉਸ ਗੱਲਾਂ ਸਾਨੂੰ ਪਸੰਦ ਹੋਣ ਪਰਮ ਪਿਤਾ ਪਰਮੇਸ਼ਵਰ। ਜਿਸ ਤਰ੍ਹਾਂ ਦਾ ਜੀਵਨ ਤੁਸੀਂ ਚਾਹੁੰਦੇ ਹੋ, ਅਸੀਂ ਉਸ ਤਰ੍ਹਾਂ ਦਾ ਜੀਵਨ ਜੀਣ ਵਾਲੇ ਬਣੀਏ। ਮੇਰਾ ਵਿਸ਼ਵਾਸ ਹੈ ਕਿ ਅੱਜ ਜਿੰਨੇ ਪ੍ਰਾਰਥਨਾ ਕੀਤੀ ਹੈ, ਪਰਮੇਸ਼ਵਰ ਜਿਹੜਾ ਦਇਆ ਦਾ ਸਾਗਰ ਹੈਗਾ ਨੇ, ਉਹ ਤੁਹਾਡੀ ਪ੍ਰਾਰਥਨਾ ਜਵਾਬ ਜ਼ਰੂਰ ਦੇਣਗੇ। ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ, ਆਮੇਨ। ਗॉड ब्लेस यू।